ਬਾਗੜੀਆਂ ਪਰਿਵਾਰ ਤੇ ਗੁਰੂ ਦੀ ਮਿਹਰ। ਇਥੋਂ ਦਾ ਜ਼ਰਾ ਜ਼ਰਾ, ਇਹ ਇਮਾਰਤਾਂ, ਇਥੋਂ ਦੀ ਮਿੱਟੀ ਕਣ ਕਣ ਬਿਆਨ ਕਰਦਾ ਇਸ ਪਰਿਵਾਰ ਦੇ ਇਤਿਹਾਸ ਨੂੰ। ਰਾਜਪੂਤ ਖੋਖਰ ਘਰਾਣੇ ਤੋਂ ਚੱਲਿਆ ਪਰਿਵਾਰ ਗੁਰੂਆਂ ਦੇ ਆਸ਼ੀਰਵਾਦ ਨਾਲ ਇੱਥੇ ਬਾਗੜੀਆਂ ਆ ਵਸਦਾ ਹੈ। ਇਸ ਪਰਿਵਾਰ ਦਾ ਯੁੱਗਾਂ ਪੁਰਾਣਾ ਇਤਿਹਾਸ ਅੱਜ ਵੀ ਇਸ ਘਰਾਣੇ ਦੇ ਚਿਹਰੇ ਤੋਂ ਬਾਖੂਬੀ ਪੜ੍ਹਿਆ ਜਾ ਸਕਦਾ ਹੈ। ਜਗਾਰ ਸਿੰਘ ਬਾਗੜੀਆਂ ਤੋਂ ਸੇਵਕ ਮਾਈ ਰੱਜੀ ਬਾਬਾ ਗੋਦਰ ਜੀ ਦਾ ਸਾਡਾ ਪਰਿਵਾਰ ਭਾਈ ਸਿੱਧੂ ਜੀ ਤੋਂ ਸ਼ੁਰੂ ਹੁੰਦਾ। ਉਹ ਸਾਡੇ ਪਹਿਲੇ ਬਜ਼ੁਰਗ ਸੀ ਜਿਨ੍ਹਾਂ ਦਾ ਵਿਆਹ ਬੀਬੀ ਸੂਰਤੀ ਜੀ ਨਾਲ ਹੋਇਆ, ਜਿਨ੍ਹਾਂ ਦੇ ਬਜ਼ੁਰਗ ਸੇਵਾਦਾਰ ਚੌਥੇ ਅਤੇ ਪੰਜਵੇਂ ਪਾਤਸ਼ਾਹ ਜੀ ਦੇ ਟਾਈਮ 'ਤੇ ਸੀਗੇ, ਜਿਨ੍ਹਾਂ ਨੇ ਕਾਰ ਸੇਵਾ ਵੀ ਹਰਿਮੰਦਰ ਸਾਹਿਬ ਕੀਤੀ। ਇਹਨਾਂ ਦਾ ਰਿਸ਼ਤਾ ਸਾਡੇ ਬਜ਼ੁਰਗਾਂ ਨਾਲ ਹੋ ਗਿਆ। ਜਦੋਂ ਉੱਥੋਂ ਇਹ ਆਪਣੇ ਘਰ ਨੂੰ ਆਏ ਤਾਂ ਰਸਤੇ ਵਿੱਚ ਭਾਈ ਕੇ ਡਰੋਲੀ ਮਹਾਰਾਜ ਦਾ ਦੀਵਾਨ ਲੱਗਿਆ ਹੋਇਆ ਸੀ, ਛੇਵੇਂ ਮਹਾਰਾਜ ਦਾ। ਉੱਥੇ ਇਹਨਾਂ ਨੇ ਆਪਣੇ ਘਰ ਆਪਣੇ ਸਿੱਧੂ ਜੀ ਨੂੰ ਕਿਹਾ ਕਿ ਮੈਂ ਮੱਥਾ ਟੇਕਣਾ, ਕਿਉਂਕਿ ਮੈਂ ਸੇਵਕ ਰਹੀ ਹਾਂ, ਸਿੱਖੀ ਸੇਵਕ, ਅਤੇ ਹੁਣ ਇਹ ਤੋਂ ਬਾਅਦ ਅਸੀਂ ਰਾਜਪੂਤਾਨਾ ਕਰਨੀ ਜਾ ਰਹੇ ਹਾਂ ਰਾਜਪੂਤਾਂ 'ਚ, ਅਤੇ ਜਿਸ ਦਾ ਉੱਥੇ ਜਾ ਕੇ ਸਾਡਾ ਮਜ਼ਹਬ ਇੱਕ ਤਰੀਕੇ ਦਾ ਬਦਲੇਗਾ ਕਾਫੀ। ਅਤੇ ਇਹਨਾਂ ਨੇ ਜਦੋਂ ਉੱਥੇ ਜਾ ਕੇ ਮੱਥਾ ਟੇਕਿਆ, ਉਹਨਾਂ ਨੇ ਕਿਹਾ ਕੋਈ ਘਬਰਾਉਣ ਦੀ ਗੱਲ ਨਹੀਂ ਹੈ। ਉਹਨਾਂ ਨੇ ਕਿਹਾ ਵੀ ਇਹ ਸਭ ਠੀਕ ਹੋ ਜਾਣਾ। ਫਿਰ ਜਦੋਂ ਬੀਬੀ ਜੀ ਘਰ ਗਏ, ਹੌਲੀ ਹੌਲੀ ਉਹਨਾਂ ਦੇ ਸਿੱਧੂ ਸਾਹਿਬ, ਉਹਨਾਂ ਦੇ ਹਸਬੈਂਡ ਸਿੱਧੂ ਸਾਹਿਬ ਨੂੰ ਚਾਨਣ ਹੋਇਆ ਕਿ ਆਪਾਂ ਗੁਰੂ ਦੀ ਸੇਵਾ 'ਚ ਹੀ ਰਹਿ ਜਾਈਏ, ਅਤੇ ਫਿਰ ਉਹ ਗੁਰੂ ਕੇ ਸੇਵਕ ਬਣੇ। ਜਦੋਂ ਮਹਾਰਾਜ ਦੀ ਹਜ਼ੂਰੀ 'ਚ ਆ ਗਏ ਤਾਂ ਉਹਨਾਂ ਦੇ ਘਰ ਇੱਕ ਬੇਟਾ ਹੋਇਆ। ਬੇਟੇ ਦਾ ਨਾਂ ਉੱਥੇ ਰੂਪ ਰੱਖਿਆ ਗਿਆ ਅਤੇ ਉਹ ਉੱਥੇ ਹੀ ਪਲੇ। ਜਦੋਂ ਵੱਡੇ ਹੋਏ ਤਾਂ ਉਹਨਾਂ ਦਾ ਜਦੋਂ ਉਹਨੇ ਅੱਛੀਆਂ ਚੀਜ਼ਾਂ ਦੇਖੀਆਂ, ਸਾਰਾ ਕੁਛ ਉਹਨਾਂ 'ਤੇ ਫਿਰ ਚੰਦ ਲਾਇਆ। ਬੇਟੇ ਨੂੰ ਲੈ ਕੇ ਇਹ ਛੇਵੇਂ ਮਹਾਰਾਜ ਕੋਲ ਗਏ ਨਾਮ ਰੱਖਣ ਵਾਸਤੇ, ਨਾਮ ਕਰਨ ਵਾਸਤੇ। ਉੱਥੇ ਮਹਾਰਾਜ ਨੇ, ਬੱਚਾ ਬਹੁਤ ਸੋਹਣਾ ਸੀ, ਅਤੇ ਉਹਨਾਂ ਨੇ ਇਹਦਾ ਨਾਮ ਰੂਪ ਚੰਦ ਰੱਖਿਆ ਅਤੇ ਕਿਹਾ ਇਹ ਬਹੁਤ ਸਿੱਖੀ ਪਰਿਵਾਰ ਵਿੱਚ ਹੀ ਅਰਪਣ ਕੀਤੀ ਜਾਂਦੀ ਸੀ। ਅਤੇ ਜਦੋਂ ਇਹ ਠੰਡਾ ਪਾਣੀ ਪੀਣ ਲੱਗੇ ਤਾਂ ਉਹਨਾਂ ਨੇ ਸੋਚਿਆ ਕਿ ਵੀ ਇਹ ਸਾਡੇ ਨਹੀਂ, ਗੁਰੂ ਮਹਾਰਾਜ ਵਾਸਤੇ ਹੋਣਾ ਚਾਹੀਦਾ। ਉਹਨਾਂ ਨੇ ਪਾਣੀ ਪੀਤਾ ਨਹੀਂ, ਮਸ਼ਕ 'ਚ ਉਸ ਨੂੰ ਭਰ ਕੇ ਰੱਖ ਲਿਆ। ਮਹਾਰਾਜ 24 ਖੂਹ 'ਤੇ ਭਾਈ ਕੇ ਡਰੋਲੀ ਦੀਵਾਨ ਲਾਇਆ ਹੋਇਆ ਸੀ। ਉਹਨਾਂ ਨੇ ਦੇਖਿਆ ਵੀ ਮੇਰਾ ਇੱਕ ਸਿੱਖ ਉੱਥੇ ਪਿਆਸਾ ਬੈਠਾ ਹੈ, ਅਤੇ ਉਹ ਉੱਥੋਂ ਚੱਲ ਕੇ ਆਏ, ਅਤੇ ਇਹ ਉੱਥੇ ਹੀ ਸੀਗੇ ਪਿਓ ਪੁੱਤਰ, ਅਤੇ ਪਿਆਸੇ ਮਹਾਰਾਜ ਆਏ। ਉਹਨਾਂ ਨੇ ਇਹਨਾਂ ਨੂੰ ਗਲੇ ਲਾ ਕੇ ਪਾਣੀ ਪੀਤਾ, ਅਤੇ ਇਹਨਾਂ ਨੂੰ ਉਸ ਵੇਲੇ ਭਾਈ ਕਿਹਾ। ਤਾਂ ਇਸ ਕਰਕੇ ਅਸੀਂ ਭਾਈ ਕੇ ਵੱਜਦੇ ਅੱਜ। ਮਹਾਰਾਜ ਨੇ ਸਮੇਂ ਅਨੁਸਾਰ ਸ਼ਸਤਰ ਵਸਤਰ ਕੜਛਾ ਲੰਗਰ ਚਲਾਉਣ ਵਾਸਤੇ ਬਖਸ਼ਿਆ, ਔਰ ਬਜ਼ੁਰਗਾਂ ਨੇ ਇਹਨਾਂ ਦੇ ਸ਼ਸਤਰ ਵਸਤਰ ਆਪਣੇ ਸਿਰ 'ਤੇ ਰੱਖ ਲਏ। ਅਤੇ ਮਹਾਰਾਜ ਨੇ ਪੁੱਛਿਆ ਕਿ ਇਹ ਕੀ ਤੁਸੀਂ ਇਹਨਾਂ ਨੂੰ, ਮੈਂ ਤੁਹਾਨੂੰ ਦਿੱਤੇ ਨੇ ਪਹਿਨਣ ਨੂੰ? ਇਹ ਕਹਿੰਦੇ ਨਾ ਅਸੀਂ ਸ਼ਸਤਰ ਨਾ ਵਸਤਰ ਪਹਿਨ ਸਕੀਏ। ਸੋ ਇਹਨਾਂ ਨੇ ਕਿਹਾ ਵੀ ਅੱਜ ਤੋਂ ਬਾਅਦ ਤੁਹਾਡੀ ਜਵਾਨ ਹੀ ਸ਼ਸਤਰ ਹੋਣਗੇ। ਭਿਆਨਕ ਯੁੱਧ ਚਮਕੌਰ ਸਾਹਿਬ ਤੋਂ ਬਾਅਦ ਮਹਾਰਾਜ ਮੁਕਤਸਰ ਆਏ। ਮੁਕਤਸਰ ਦੇ ਯੁੱਧ ਤੋਂ ਬਾਅਦ ਮਹਾਰਾਜ ਲੱਖੀ ਜੰਗਲ ਆਏ। ਲੱਖੀ ਜੰਗਲ 'ਚ ਲੰਗਰ ਦੀ ਸੇਵਾ
भाई रूप चंद के परिवार कोल सी, जिथे महाराज ने फिर रुक के जफरनामा साहब लिखिया। हुण उत्थे दयालपुरा भाईका पिंड दी जूह के उत्ते ये गुरुद्वारा साहब है जफरनामा। उत्थे भाई रूप चंद जी ने अमृत छकिया महाराज तो, ते अपने दो बेटे उन्होंने सेवा विच भेंट कर दिते, जिहड़े उन्हां नाल आनंदपुर साहब तक खम रकाब रहे। महाराज दे ज्योति जोत समान तक वो सेवा च रहे। उन्होंने अमृत प्रचार वास्ते उल्टी धार दी श्री पुस्तक साहब ढाके की मलबल एक छोटा खड्डा एक करता, ये चीज़ अज बागड़िया च विराजमान ने। गुरु साहब दे पटना साहब जन्म के टाइम ते भाई रूप चंद उत्थे सीगे, ते फिर उदों बाद भाई रूप चंद जी नूं एक श्री साहब उन्होंने भेंट कर दी। ते गुरु के लाहौर च जदों महाराज के आनंद कारज होए, वो भाई रूप चंद जी नूं आनंद कारज की सेवा बख्शती। जदों वापस आए भाई रूप चंद जी 100 साल के जोड़े हो गए सी, 100 साल के, ते अकाल चलाना कर गए। तो उन्होंने भाई धर्म सिंह नूं एक कड़छा ते बाटा दिता, ते शस्त्र वस्त्र दिते, ते क्या जिथे तेरे धुरा टुट जाएगा तेरे गड्ढे का, उत्थे तू अपना पिंड बल ली। उन्होंने धुरा भाई रूपे तो कुछ कोह ते टुट गया, तो उत्थे उन्होंने भाई का दयालपुरा बन लिया, जिहड़ा कि जिथे सफरनामा साहब लिखिया है वो भी एक कोह ते दूर है, जिथे कि अज लंगर माई रजी बाबा गुदड़ जी का चल रहा है। भाई रूप चंद जी ने कड़छा बाटा दिता, मालवे दे विच लंगर ते सिੱਖੀ प्रचार करने वास्ते, ते कहा जिथे जाके तेरा गड्ढे का धुरा टुट दे उत्थे अपना पिंड बन ली। वो पिंड भाई का दयालपुरा अज है, जिथे जफरनामा साहब दो कोह ते जफरनामा साहब लिखिया। इन्हां दे बेटे भाई दयाल सिंह दे नां दे ते पिंड बल्लिया गया, ते इन्हां दे इन्हां दा अगों बेटा बाबा गुदड़ जी होए, जिन्हां दे बालवे दी अमृत प्रचार तो लैके सारी सेवा लंगर दी इन्हां ने कीती, जिथे कि अज बाई रजी बाबा गुदड़ जी का स्थान कवाया जाता है, तो लंगर चलता है। उत्थों फिर यही लंगर बागड़ियां च आ गया, इत्थे भी चल रहा है। दयालपुरे दे लंगर च मुसलमान हाकम अदीना बेग, सदीर बेग, ये दोवां ने आके लंगर छकिया। बाद विच बागड़िया पिंड इन्हां ने माई बाबा गुदड़ जी नूं दिता, ते बागड़िया पिंड आया। फिर उत्थे लंगर चलाया गया, कहते भी इत्थे लंगर की सेवा तुसीं करो। बाबा गुदड़ जी के गुजरन तो बाद लंगर की सेवा अज तक सेवा उसी तरह बरकरार है। भाई अर्जुन सिंह चीफ खालसा दीवान दे 15 साल प्रधान रहे। भाई अर्जुन सिंह कीर्तन ते कथा करते सी, खालसा कॉलेज कमेटी ते कई साल सेवा की। खालसा कॉलेज नूं बनाउण विच महाराजा हीरा सिंह नूं लैके माली सहायता का इकट्ठा करके देना पैसा बाबा जी दी। महाराजा नाभा ते पटियाले दे कई डिफरेंसिस नूं इन्हां ने बिठा के सॉल्व किया। बागड़िया विच कई दीवान आंदे सी, ते संत अतर सिंह नाल बहुत प्रेम सी इन्हां दा। सिख कॉन्फ्रेंस से
ये प्रेजिडेंट भी रहे ने। फिर इन्होंने बागड़िया लंगर की वड्डी उसारी की, किला बनाया, मोदी खाना बनाया, दीवान खाना किया बनाया जिथे कि महाराज का प्रकाश होंदा है। फिर इन्होंने पिंड का वड्डा दरवाजा बनवाया, एक बाग वाली कोठी 1905 च बनाई, एक सोलन कोठी बनाई, वड्डी कोठी। तो इन्होंने शिमले विच बागड़िया हाउस बनाया, लुधियाने विच बनाया बागड़िया हाउस, रौनते दयालपुर। ये तो कई गल्लां प्रसन्न हो के अंग्रेज़ ने सरदार बहादुर का खिताब दिता। भाई अर्जुन सिंह कोठी बनाई, ਉਹਦਾ आर्कीटैक्ट राम सिंह सी, ते उसने ही खालसा कॉलेज बनाया। उदों बाद उस बंदा उधर अंग्रेज़ों कोल भी रहा, बलका कोल भी रहा, उत्थे आर्कीटैक्ट। वो तो बड़ा वड्डा हो गया दुनिया का ना। फिर जी इमारतां बनिया गई, इत्थों का ही पट्ठा, इत्थों का ही चूना सी। जित्थों की इट ते चूना बनता है वो एनवायरमेंट नाल मैचिंग होंदा है, तो उसकी आयु लंबी होंदी है, उम्र लंबी होंदी है। जिवें कि हुण ये देखो वो कोठी नूं कुछ नहीं खराब होया 1905 तो, इत्थे भी ला लो, ये उदों पहलां बने ने, तो की ये खराब होया? एवें कहावत है कि बहुत वधिया बाग सी जी, हर एक किस्म का बूटा सी। ये कोठी विच जिहड़े कि खास करके अंग्रेज़ आते सी, उन्हां दा रहना सहना ते खान पीन का लिबास साडे नालों फर्क सी, तो इसलिए ये उन्हां वास्ते बनाई गई सी कि अलग ही रहन, ते उन्हां दे हिसाब नाल मतलब कोई वायसराय, गवर्नर जनरल, अंग्रेज़ खास करके। फिर जिहड़ी मैजिस्ट्रेटी सी साडे कोल नाल उहदे दिता होया, उहदे विच साडे कोल मैजिस्ट्रेटी सीगी इत्थों दी सारी मालवाई साइड ला लो, वो मैजिस्ट्रेटी दे जिहड़े फैसले उहदे भी अंग्रेज़ आके उत्थे चैक करदा सी तिन्नां स्टेटां दे, कि भी एक दूजे दे पिंड वड़दे सी सारिਆਂ दे। राजा गजपत सिंह दे औलाद दी सी, वो लंगर की सेवा करते सी, ते उन्हां दे घर बाबा जी ने अरदास करके औलाद बख्शी। उन्हां दी जिहड़ी लड़की सी उहनूं इन्हां ने दबाता सी, ते बाबा जी उत्थे गए, उन्होंने कहा भी ये ठीक नहीं किया, तुसी इनू कड्डो। पेट चों योद्धा पैदा होना, जो कि वो महाराजा रणजीत सिंह होया। अगे महाराजा रणजीत सिंह बागड़िया आए, बागड़िया उन्होंने बजुर्ग वड्डिया बजुर्गों ने पूछा भी सिख लड़ाई की तैयारी हो रही है, तुसी किधर जाओगे, अंग्रेज़ों नाल जाओगे कि तुसी मेरे नाल जाओगे? तो बाबा जी ने कहा मैं सिख लड़ाई लड़ागा। उन्हां दे गुजरन तो बाद महाराज दे गुजरन तो बाद सिख लड़ाई लड़ी गई, जिहदे विच असी लोग हार गए, साडा सारा कारोबार सब कुछ खत्म हो गया। भाई बहादुर सिंह सिख लड़ाई वेले हार गए, जिहड़े कि पूरी शानो शौकत नाल रहिंदे सी, जिस बंदे दा है, ते उस तो बाद उन्हां दी बॉडी ही निकली बाहर। हाथी जाते सी, नगारे लगते सी। लड़ाई तो बाद बिल्कुल सब कुछ जबत हो गया, पिंडां दे पिंड जबत हो गए,
ਭਾਈ ਅਰਜਨ ਸਿੰਘ ਚੀਫ ਖਾਲਸਾ ਦੀਵਾਨ ਦੇ 15 ਸਾਲ ਪ੍ਰਧਾਨ ਰਹੇ। ਇਹਨਾਂ ਨੇ ਸਿੰਘ ਸਭਾ ਦੇ ਪ੍ਰਚਾਰ ਨੂੰ ਤਰੱਕੀ ਦਿੱਤੀ। ਭਾਈ ਅਰਜਨ ਸਿੰਘ ਕੀਰਤਨ ਤੇ ਕਥਾ ਕਰਦੇ ਸੀ ਤੇ ਖਾਲਸਾ ਕਾਲਜ ਦੀ ਕਮੇਟੀ ਤੇ ਇਹਨੇ ਕਈ ਸਾਲ ਸੇਵਾ ਕੀਤੀ। ਖਾਲਸਾ ਕਾਲਜ ਨੂੰ ਬਣਾਉਣ ਵਿੱਚ ਮਹਾਰਾਜਾ ਹੀਰਾ ਸਿੰਘ ਨੂੰ ਲੈ ਕੇ ਮਾਲੀ ਸਹਾਇਤਾ ਦਾ ਇਕੱਠਾ ਕਰਕੇ ਦੇਣਾ ਪੈਸਾ ਬਾਬਾ ਜੀ ਦੀ ਮਹਾਰਾਜਾ ਨਾਭਾ ਤੇ ਪਟਿਆਲੇ ਦੇ ਕਈ ਡਿਫਰੈਂਸਿਸ ਨੂੰ ਇਹਨਾਂ ਨੇ ਬਿਠਾ ਕੇ ਸੋਲਵ ਕੀਤਾ। ਬਾਗੜੀਆਂ ਵਿੱਚ ਕਈ ਦੀਵਾਨ ਲਾਉਂਦੇ ਸੀ ਤੇ ਸੰਤ ਅਤਰ ਸਿੰਘ ਨਾਲ ਬਹੁਤ ਪ੍ਰੇਮ ਸੀ ਇਹਨਾਂ ਦਾ। ਸਿੱਖ ਕਾਨਫਰੰਸ ਦੇ ਇਹ ਪ੍ਰੈਜ਼ੀਡੈਂਟ ਵੀ ਰਹੇ ਨੇ। ਇਹਨਾਂ ਨੇ ਬਾਗੜੀਆ ਲੰਗਰ ਦੀ ਵੱਡੀ ਉਸਾਰੀ ਕੀਤੀ, ਕਿਲ੍ਹਾ ਬਣਾਇਆ, ਮੋਦੀ ਖਾਨਾ ਬਣਾਇਆ, ਦੀਵਾਨ ਖਾਨਾ ਕੀਤਾ ਜਿੱਥੇ ਕਿ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ। ਫਿਰ ਇਹਨਾਂ ਨੇ ਪਿੰਡ ਦਾ ਵੱਡਾ ਦਰਵਾਜ਼ਾ ਬਣਵਾਇਆ, ਇੱਕ ਬਾਗ ਵਾਲੀ ਕੋਠੀ 1905 'ਚ ਬਣਾਈ, ਇੱਕ ਸੋਲਨ ਕੋਠੀ ਬਣਾਈ, ਵੱਡੀ ਕੋਠੀ। ਤੇ ਇਹਨਾਂ ਨੇ ਸ਼ਿਮਲੇ ਵਿੱਚ ਬਾਗੜੀਆ ਹਾਊਸ ਬਣਾਇਆ, ਲੁਧਿਆਣੇ ਵਿੱਚ ਬਣਾਇਆ ਬਾਗੜੀਆ ਹਾਊਸ, ਰੌਂਤੇ, ਦਿਆਲਪੁਰਾ। ਭਾਈ ਅਰਜਨ ਸਿੰਘ ਬਹੁਤ ਹੀ ਪੜ੍ਹੇ ਲਿਖੇ ਸੂਝਵਾਨ ਬੰਦੇ ਸੀ। ਪੰਜਾਬ ਵਿੱਚ ਉਹਨਾਂ ਦੀ ਬਹੁਤ ਰਿਸਪੈਕਟ ਸੀਗੀ। ਸਭ ਬੰਦੇ ਟੋੜਾ ਸਾਹਿਬ ਤੋਂ ਲੈ ਕੇ ਹੋਰ ਵੀ ਗਿਆਨੀ ਸਭ ਉਹਨਾਂ ਤੋਂ ਐਡਵਾਈਜ਼ਸ ਲੈਂਦੇ ਹੁੰਦੇ ਸੀ ਤੇ ਉਹਨਾਂ ਤੋਂ ਉਹਨਾਂ ਦੇ ਜਿਹੜੇ ਲੈਕਚਰਸ ਵੀ ਜਗ੍ਹਾ ਕੀਤੇ ਉਹਨੇ ਉਹ ਕੋਟਡ ਨੇ। ਬੜੇ ਅੱਛੇ ਲੈਕਚਰਸ ਉਹਦੇ ਕੀਤੇ ਹੋਏ ਨੇ, ਜਿਹੜੀਆਂ ਬੁੱਕ ਫਾਰਮ ਹੋਏ ਨੇ। ਸਿੰਘ ਸਭਾ ਦੇ ਪ੍ਰਧਾਨ ਰਹੇ ਬਹੁਤ ਦੇਰ, ਖੁਦ ਹੀ ਜਾ ਕੇ ਛੱਡੀ। ਭਾਈ ਅਰਜਨ ਸਿੰਘ ਤੋਂ ਬਾਅਦ ਭਾਈ ਹਰਦਮਨ ਸਿੰਘ ਹੋਏ, ਖਾਲਸਾ ਕਾਲਜ ਦੇ ਪਹਿਲੇ ਸਟੂਡੈਂਟਾਂ 'ਚੋਂ ਸੀਗੇ ਤੇ ਉਹ ਬੜੇ ਇੰਟੈਲੈਕਚੁਅਲ ਗਿਣੇ ਜਾਂਦੇ ਸੀ। ਸਭ ਲੋਕ ਉਹਨਾਂ ਦੀ ਐਡਵਾਈਸ ਲੈਂਦੇ ਸੀ, ਖਾਸ ਕਰਕੇ ਸਿੱਖੀ ਦੇ ਕੰਮਾਂ 'ਚ, ਟਰਾਂਸਲੇਸ਼ਨਸ, ਗੁਰੂ ਗ੍ਰੰਥ ਸਾਹਿਬ ਦੀਆਂ ਕੋਈ ਵਾਕਿਆ ਕਰਾਂ, ਕੋਈ ਪੁੱਛਣ 'ਚ। ਇਸ ਤਰੀਕੇ ਦਾ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਸਾਰੀ ਜ਼ਿੰਦਗੀ। ਬਾਗੜੀਆਂ ਪਰਿਵਾਰ ਦੇ ਨਾਲ ਜਿੰਨੀ ਗੱਲਬਾਤ ਕੀਤੀ ਜਾਵੇ ਓਨੀ ਹੀ ਥੋੜੀ ਲੱਗਦੀ ਹੈ। ਗੱਲਾਂ ਸੁਣਦਿਆਂ ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਉਹ ਸਾਰਾ ਗੁਰੂ ਸਾਹਿਬਾਨ ਦਾ ਦੌਰ, ਸਿੱਖ ਇਤਿਹਾਸ ਅੱਖਾਂ ਦੇ ਸਾਹਮਣੇ ਚੱਲਦਾ ਫਿਰਦਾ ਪ੍ਰਤੀਤ ਹੋ ਰਿਹਾ ਹੋਵੇ। ਇਸ ਪਰਿਵਾਰ ਨੂੰ ਸਿੱਖ ਇਤਿਹਾਸ ਦੇ ਉਹਨਾਂ ਮਹਾਨ ਪੰਨਿਆਂ ਵਿੱਚ ਵਿਚਰਨ ਦਾ, ਆਪਣਾ ਨਾਮ ਦਰਜ ਕਰਵਾਉਣ ਦਾ, ਸੇਵਾ ਦਾ, ਲੰਗਰ ਦਾ ਮੌਕਾ ਮਿਲਿਆ ਜੋ ਬਹੁਤ ਥੋੜੇ ਭਾਗਾਂ ਵਾਲਿਆਂ ਨੂੰ ਹੀ ਮਿਲਿਆ ਹੈ। ਉਹ ਲੰਗਰ, ਉਹ ਸੇਵਾ, ਉਹ ਸ਼ਰਧਾ ਅੱਜ ਵੀ ਉਸੇ ਤਰ੍ਹਾਂ ਇਸ ਪਰਿਵਾਰ ਦੇ ਵਿੱਚ ਬਰਕਰਾਰ ਹੈ।